ਸੰਗਤ ਜੀ, ਅਸੀਂ ਤੁਹਾਡੇ ਆਪਣੇ ਚੈਨਲ ਗੁਰੂ ਬੰਦਗੀ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਸੰਗਤ ਜੀ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦਾਦੂ ਸਾਹਿਬ ਦੀ। ਦਾਦੂ ਸਾਹਿਬ ਆਪਣੇ ਵਕਤ ਦੇ ਵਿੱਚ ਬੜੇ ਉੱਚ ਕੋਟੀ ਦੇ ਮਹਾਤਮਾ ਹੋਏ ਨੇ। ਆਪ ਦਾ ਸੰਤਮਤ ਦੇ ਮੁਤਲਕ ਬੜਾ ਸੁੱਚਾ ਤੇ ਉੱਚਾ ਉਪਦੇਸ਼ ਸੀ। ਆਪ ਨੇ ਬੜੇ ਲੋਕਾਂ ਨੂੰ ਨਾਮ ਦੀ ਦਾਤ ਦਿੱਤੀ ਔਰ ਇਸ 84 ਦੇ ਜੇਲ੍ਹਖਾਨੇ ਤੋਂ ਛੁਟਕਾਰਾ ਦਿੱਤਾ। ਆਪ ਨੇ ਸਾਰੀ ਉਮਰ ਨਾਮ ਦਾ ਹੋਕਾ ਦਿੱਤਾ ਤੇ ਕਈ ਲੋਕਾਂ ਨੂੰ ਜਾਗਰੂਕ ਕੀਤਾ। ਜਦੋਂ ਕੋਈ ਸੰਤ ਸਤਿਗੁਰੂ ਇਸ ਧਰਤੀ ਤੇ ਆਉਂਦੇ ਨੇ, ਉਹਨਾਂ ਦਾ ਉਪਦੇਸ਼ ਹਰ ਕੌਮ, ਹਰ ਮਜ਼ਹਬ, ਹਰ ਜਾਤੀ ਲਈ ਸਾਂਝਾ ਹੁੰਦਾ ਹੈ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕਿਸ ਮਜ਼ਹਬ ਦਾ ਹੈ, ਕਿਸ ਜਾਤੀ ਦਾ ਹੈ। ਉਹਨਾਂ ਦਾ ਇੱਕੋ ਇੱਕ ਸੰਦੇਸ਼ ਹੁੰਦਾ ਹੈ, ਇੱਕੋ ਇੱਕ ਉਪਦੇਸ਼ ਹੁੰਦਾ ਹੈ। ਹਰ ਜਾਤੀ, ਹਰ ਧਰਮ ਲਈ ਹੁੰਦਾ ਹੈ। ਆਪ ਨੇ ਸਾਰੀ ਉਮਰ ਨਾਮ ਦਾ ਹੋਕਾ ਦਿੱਤਾ। ਅੱਜ ਅਸੀਂ ਦਾਦੂ ਸਾਹਿਬ ਦੇ ਵਕਤ ਦੀ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਉਮੀਦ ਹੈ ਤੁਸੀਂ ਸਾਖੀ ਪੂਰੀ ਸੁਣੋਗੇ। ਸੰਗਤ ਜੀ, ਦਾਦੂ ਸਾਹਿਬ ਦੇ ਵੇਲੇ ਦਾਦੂ ਸਾਹਿਬ ਸਤਸੰਗ ਫਰਮਾਉਂਦੇ ਸਨ। ਜਿਵੇਂ ਜਿਵੇਂ ਲੋਕਾਂ ਨੂੰ ਸਮਝ ਲੱਗੀ, ਸੱਚਾਈ ਦਾ ਪਤਾ ਲੱਗਾ, ਨਾਮ ਦਾ ਪਤਾ ਲੱਗਾ ਤੇ ਦਾਦੂ ਸਾਹਿਬ ਦੇ ਸਤਸੰਗ ਦੇ ਵਿੱਚ ਲੋਕੀ ਬਹੁਤ ਆਉਣ ਲੱਗ ਪਏ। ਉਸ ਇਲਾਕੇ ਦੇ ਵਿੱਚ ਹੋਰ ਵੀ ਧਰਮ ਦੇ ਠੇਕੇਦਾਰ, ਨਕਲੀ ਬਾਬੇ ਬਹੁਤ ਸੀ। ਉਹਨਾਂ ਨੇ ਦੇਖਿਆ ਕਿ ਸਾਡੀ ਸੰਗਤ ਜੋ ਸਾਡੇ ਕੋਲ ਪਹਿਲਾਂ ਆਂਦੀ ਸੀ, ਹੁਣ ਉਹ ਦਾਦੂ ਸਾਹਿਬ ਦੇ ਸਤਸੰਗ ਦੇ ਵਿੱਚ ਜਾਣ ਲੱਗ ਗਈ ਹੈ। ਸਾਡੇ ਕੋਲ ਹੁਣ ਕੋਈ ਨਹੀਂ ਆਂਦਾ, ਨਾ ਚੜਾਵਾ ਚੜ੍ਹਦਾ ਹੈ। ਉਸ ਟਾਈਮ ਦੇ ਵਿੱਚ ਜਿੰਨੇ ਵੀ ਝੂਠੇ ਪਖੰਡੀ ਸੀ, ਸਭ ਨੇ ਸਲਾਹ ਕੀਤੀ ਕਿ ਅਸੀਂ ਰਾਜੇ ਦੇ ਕੋਲ ਜਾਂਦੇ ਹਾਂ ਤੇ ਦਾਦੂ ਸਾਹਿਬ ਦੀ ਸ਼ਿਕਾਇਤ ਕਰਦੇ ਹਾਂ ਔਰ ਰਾਜੇ ਨੂੰ ਭੜਕਾਉਂਦੇ ਹਾਂ ਕਿ ਇਹ ਆਪਣੇ ਸਤਸੰਗ ਦੇ ਵਿੱਚ ਲੋਕਾਂ ਨੂੰ ਗਲਤ ਰਾਹੇ ਪਾਉਂਦਾ ਹੈ ਤੇ ਅਸੀਂ ਦਾਦੂ ਸਾਹਿਬ ਲਈ ਇੱਕ ਫਤਵਾ ਜਾਰੀ ਕਰਵਾਉਂਦੇ ਹਾਂ ਤਾਂ ਕਿ ਦਾਦੂ ਸਾਹਿਬ ਦੇ ਸਤਸੰਗ ਦੇ ਵਿੱਚ ਕੋਈ ਵੀ ਜਾ ਨਾ ਸਕੇ। ਖੈਰ, ਰਾਜੇ ਦੇ ਕੋਲ ਸਭ ਜਾਣੇ ਇਕੱਠੇ ਹੋ ਕੇ ਦਾਦੂ ਸਾਹਿਬ ਦੇ ਬਰਖਲਾਫ ਉਹਨਾਂ ਨੇ ਰਾਜੇ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਰਾਜਾ ਵੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ। ਰਾਜੇ ਨੇ ਕਾਜੀ ਸਾਹਿਬ ਨੂੰ ਕਿਹਾ ਕਿ ਕਾਜੀ ਸਾਹਿਬ, ਇੱਕ ਫਤਵਾ ਜਾਰੀ ਕਰੋ ਕਿ ਜੋ ਵੀ ਦਾਦੂ ਸਾਹਿਬ ਦੇ ਸਤਸੰਗ ਦੇ ਵਿੱਚ ਜਾਵੇਗਾ ਉਸ ਨੂੰ 100 ਰੁਪਏ ਜੁਰਮਾਨਾ ਦੇਣਾ ਪਵੇਗਾ। ਹੁਣ ਉਸ ਜ਼ਮਾਨੇ ਦੇ ਵਿੱਚ 100 ਰੁਪਇਆ ਇਵੇਂ ਸੀ ਜਿਵੇਂ ਅੱਜ ਦੇ ਜ਼ਮਾਨੇ ਦੇ ਵਿੱਚ ਕਰੋੜ ਰੁਪਈਆ। ਰਾਜੇ ਦਾ ਹੁਕਮ ਸੀ। ਕਾਜੀ ਨੇ ਫਤਵਾ ਜਾਰੀ ਕਰ ਦਿੱਤਾ ਔਰ ਇੱਕ ਢੋਲ ਵਾਲੇ ਨੂੰ ਉਹ ਫਤਵਾ ਸੁਣਾਉਣ ਵਾਸਤੇ ਸਾਰੇ ਇਲਾਕੇ ਦੇ ਵਿੱਚ ਭੇਜ ਦਿੱਤਾ। ਪਹਿਲੇ ਜ਼ਮਾਨੇ ਦੇ ਵਿੱਚ ਆਪ ਜਾਣਦੇ ਹੋ ਕਿ ਅਗਰ ਰਾਜੇ ਦਾ ਕੋਈ ਹੁਕਮ ਹੁੰਦਾ ਸੀ ਤੇ ਇੱਕ ਬੰਦਾ ਬੜਾ ਸਾਰਾ ਗਲ ਦੇ ਵਿੱਚ ਢੋਲ ਪਾ ਕੇ ਗਲੀ ਗਲੀ ਹੋਕਾ ਦੇ ਕੇ ਰਾਜੇ ਦਾ ਹੁਕਮ ਸੁਣਾਉਂਦਾ ਸੀ। ਹੁਣ ਹਰ ਗਲੀ, ਹਰ ਮੁਹੱਲੇ ਦੇ ਵਿੱਚ ਪਤਾ ਲੱਗ ਗਿਆ ਕਿ ਦਾਦੂ ਸਾਹਿਬ ਦੇ ਸਤਸੰਗ ਦੇ ਵਿੱਚ ਜੋ ਵੀ ਜਾਵੇਗਾ, ਸਤਸੰਗ ਸੁਣੇਗਾ, ਉਸ ਨੂੰ 100 ਰੁਪਈਆ ਜੁਰਮਾਨਾ ਦੇਣਾ ਪਵੇਗਾ। ਦਾਦੂ ਸਾਹਿਬ ਦੀ ਕੁਟੀਆ ਦੇ ਬਾਹਰ ਰਾਜੇ ਨੇ 2 ਸਿਪਾਹੀ ਖੜੇ ਕਰ ਦਿੱਤੇ ਔਰ ਕਿਹਾ ਕਿ ਜੋ ਵੀ ਸਤਸੰਗ ਸੁਣ ਕੇ ਬਾਹਰ ਆਵੇਗਾ ਉਸ ਨੂੰ ਬੰਦੀ ਬਣਾ ਕੇ ਮੇਰੇ ਪਾਸ ਲੈ ਆਣਾ। ਹੁਣ ਦਾਦੂ ਸਾਹਿਬ ਨੂੰ ਵੀ ਇਸ ਗੱਲ ਦਾ ਪਤਾ ਸੀ। ਜਿਸ ਵਕਤ ਸਤਸੰਗ ਦਾ ਟਾਈਮ ਹੋਇਆ, 2 ਜਾਣੇ ਦਾਦੂ ਸਾਹਿਬ ਦੇ ਸਤਸੰਗ ਦੇ ਵਿੱਚ ਪਹੁੰਚ ਗਏ। ਦਾਦੂ ਸਾਹਿਬ ਬੜੇ ਹੈਰਾਨ ਹੋਏ। ਉਹਨਾਂ ਕਿਹਾ ਕਿ ਭਾਈ, ਤੁਸੀਂ ਰਾਜੇ ਦਾ ਹੁਕਮ ਨਹੀਂ ਸੁਣਿਆ ਹੈ। ਉਹਨਾਂ ਨੇ ਤਾਂ ਫਤਵਾ ਜਾਰੀ ਕੀਤਾ ਹੋਇਆ ਹੈ ਕਿ ਜੋ ਵੀ ਮੇਰਾ ਸਤਸੰਗ ਸੁਣੇਗਾ ਉਸ ਨੂੰ 100 ਰੁਪਇਆ ਜੁਰਮਾਨਾ ਦੇਣਾ ਪਵੇਗਾ। ਉਹ ਜੋ 2 ਬੰਦੇ ਸੀ ਸਤਸੰਗ ਸੁਣਨ ਵਾਸਤੇ ਆਏ ਸੀ, ਉਹਨਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ, ਸਾਨੂੰ ਪਤਾ ਹੈ ਕਿ 100 ਰੁਪਇਆ ਜੁਰਮਾਨਾ ਹੈ। ਆਹ ਦੇਖੋ, ਅਸੀਂ ਆਪਣੀ ਜੇਬ ਦੇ ਵਿੱਚ ਪਾ ਕੇ ਲਿਆਏ ਹਾਂ ਦੋਨੋਂ ਜਾਣੇ, ਪਰ ਅਸੀਂ ਸਤਸੰਗ ਜ਼ਰੂਰ ਸੁਣਨਾ ਹੈ, ਚਾਹੇ ਸਾਨੂੰ 100 ਰੁਪਇਆ ਜੁਰਮਾਨਾ ਹੀ ਕਿਉਂ ਨਾ ਦੇਣਾ ਪਵੇ, ਪਰ ਅਸੀਂ ਤੁਹਾਡੇ ਸਤਸੰਗ ਨੂੰ ਨਹੀਂ ਛੱਡ ਸਕਦੇ। ਦਾਦੂ ਸਾਹਿਬ ਨੇ ਕਿਹਾ ਕਿ ਭਾਈ, ਠੀਕ ਹੈ, ਤੁਹਾਡਾ ਮੇਰੇ ਨਾਲ ਪ੍ਰੇਮ ਹੈ, ਮੇਰਾ ਤੁਹਾਡੇ ਨਾਲ ਪ੍ਰੇਮ ਹੈ, ਪਰ 100 ਰੁਪਏ ਤੁਸੀਂ ਕਿੱਥੋਂ ਲੈ ਕੇ ਆਏ ਹੋ?
ਉਹਨਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ, ਅਸੀਂ ਆਪਣਾ ਘਰ, ਆਪਣੀ ਜ਼ਮੀਨ, ਇੱਥੇ ਤੱਕ ਕਿ ਅਸੀਂ ਆਪਣੇ ਆਪ ਨੂੰ ਵੀ ਗਿਰਵੀ ਰੱਖ ਕੇ 100 ਰੁਪਈਆ ਇਕੱਠਾ ਕਰਕੇ ਲੈ ਕੇ ਆਏ ਹਾਂ। ਦਾਦੂ ਸਾਹਿਬ ਨੇ ਕਿਹਾ ਕਿ ਬੜੀ ਕੁਰਬਾਨੀ ਕੀਤੀ ਹੈ। ਦਾਦੂ ਸਾਹਿਬ ਨੇ ਜਦੋਂ ਇਹ ਗੱਲ ਸੁਣੀ, ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਕਿ ਅੱਜ ਦੀ ਦੁਨੀਆ ਦੇ ਵਿੱਚ ਐਸਾ ਕੋਈ ਹੈ, ਕੋਈ ਲੋਕ ਹੈ ਐਸਾ ਜੋ ਸਤਸੰਗ ਨਾਮ ਦਾ ਹੋਕਾ ਸੁਣਨ ਲਈ, ਮੇਰੇ ਸਤਸੰਗ ਸੁਣਨ ਲਈ ਆਪਣਾ ਘਰ, ਆਪਣਾ ਜਾਇਦਾਦ, ਆਪਣੇ ਆਪ ਤੱਕ ਨੂੰ ਗਿਰਵੀ ਰੱਖ ਦੇਵੇ। ਸੰਗਤ ਜੀ, ਅੱਜ ਅਗਰ ਕੋਈ ਕਹਿ ਦੇਵੇ ਕਿ ਸਤਸੰਗ ਜਾਣ ਨੂੰ ਤੁਹਾਨੂੰ ਲੱਖ ਰੁਪਏ ਜੁਰਮਾਨਾ ਪਵੇਗਾ, ਤੇ ਕੌਣ ਜਾਵੇਗਾ? ਸਿਰਫ ਉਹੀ ਜਾਣਗੇ ਜੋ ਪੈਸੇ ਦੀ ਅਹਿਮੀਅਤ ਨਹੀਂ ਰੱਖਦੇ, ਗੁਰੂ ਦੀ ਅਹਿਮੀਅਤ ਰੱਖਦੇ ਨੇ। ਖੈਰ, ਦਾਦੂ ਸਾਹਿਬ ਨੇ ਸਤਸੰਗ ਉਹਨਾਂ ਦੋਨਾਂ ਨੂੰ ਸੁਣਾਉਣਾ ਸ਼ੁਰੂ ਕਰ ਦਿੱਤਾ। ਗੁਰੂ ਦੇ ਕੋਲ ਚਾਹੇ 2 ਬੰਦੇ ਸਤਸੰਗ ਦੇ ਵਿੱਚ ਆਣ, ਚਾਹੇ 2 ਲੱਖ ਆਣ, ਗੁਰੂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਦਾਦੂ ਸਾਹਿਬ ਨੇ ਉਹਨਾਂ ਦੋਨਾਂ ਲਈ ਸਤਸੰਗ ਕੀਤਾ ਤੇ ਜਦ ਸਤਸੰਗ ਸਮਾਪਤ ਹੋਇਆ ਤੇ ਉਹ ਦੋਨੋਂ ਜਾਣ ਲੱਗੇ ਤੇ ਦਾਦੂ ਸਾਹਿਬ ਨੇ ਆਵਾਜ਼ ਮਾਰੀ। ਉਹਨਾਂ ਨੇ ਕਿਹਾ, ਸੱਚੇ ਪਾਤਸ਼ਾਹ, ਅਸੀਂ 100 ਰੁਪਇਆ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਹੈ ਦੇਣ ਵਾਸਤੇ। ਦਾਦੂ ਸਾਹਿਬ ਨੇ ਕਿਹਾ ਕਿ ਠੀਕ ਹੈ, ਦੇ ਦੇਣਾ, ਪਰ ਪੈਸੇ ਦੇਣ ਤੋਂ ਪਹਿਲਾਂ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਵਾਰ ਫਤਵਾ ਜ਼ਰੂਰ ਪੜ੍ਹ ਲੈਣਾ ਕਿ ਕੀ ਲਿਖਿਆ ਹੈ। ਉਹਨਾਂ ਕਿਹਾ, ਠੀਕ ਹੈ ਸੱਚੇ ਪਾਤਸ਼ਾਹ। ਜਦੋਂ ਸਤਸੰਗ ਸੁਣ ਕੇ ਬਾਹਰ ਨਿਕਲੇ, ਸਿਪਾਹੀ ਖੜੇ ਸੀ, ਉਹਨਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ, ਕੈਦ ਕਰ ਲਿਆ ਔਰ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ। ਜਦ ਰਾਜੇ ਦੇ ਅੱਗੇ ਦੋਨੋਂ ਬੰਦੇ ਪੇਸ਼ ਹੋਏ, ਰਾਜੇ ਨੇ ਕਿਹਾ ਕਿ ਤੁਸੀਂ ਸੁਣਿਆ ਨਹੀਂ ਸੀ ਕਿ ਮੈਂ ਇਹ ਐਲਾਨ ਕੀਤਾ ਸੀ, ਇਹ ਫਤਵਾ ਜਾਰੀ ਕੀਤਾ ਸੀ ਕਿ ਜੋ ਵੀ ਦਾਦੂ ਸਾਹਿਬ ਦਾ ਸਤਸੰਗ ਸੁਣਨ ਜਾਵੇਗਾ ਉਸ ਨੂੰ 100 ਰੁਪਇਆ ਜੁਰਮਾਨਾ ਲੱਗੇਗਾ। ਉਹਨਾਂ ਨੇ ਕਿਹਾ, ਮਹਾਰਾਜ ਦੇਖੋ, ਸਾਨੂੰ ਪਤਾ ਹੈ, ਆਹ ਦੇਖੋ, ਅਸੀਂ 100 ਰੁਪਈਆ ਦੋਨੇ ਜਾਣੇ ਲੈ ਕੇ ਆਏ ਹਾਂ, ਪਰ ਅਸੀਂ ਇਹ ਦੇਣ ਤੋਂ ਪਹਿਲਾਂ ਤੁਸੀਂ ਜੋ ਫਤਵਾ ਜਾਰੀ ਕੀਤਾ ਸੀ ਉਹ ਸੁਣਨਾ ਚਾਹੁੰਦੇ ਹਾਂ। ਰਾਜੇ ਨੇ ਕਿਹਾ, ਕਿਉਂ ਨਹੀਂ, ਇਹ ਤੁਹਾਡਾ ਹੱਕ ਹੈ। ਰਾਜੇ ਨੇ ਕਿਹਾ ਕਿ ਕਾਜੀ ਸਾਹਿਬ, ਇਹਨਾਂ ਨੂੰ ਫਤਵਾ ਪੜ੍ਹ ਕੇ ਸੁਣਾਓ। ਜਦ ਕਾਜੀ ਸਾਹਿਬ ਨੇ ਫਤਵਾ ਪੜ੍ਹ ਕੇ ਸੁਣਾਇਆ ਤੇ ਫਤਵੇ ਦੇ ਵਿੱਚ ਲਿਖਿਆ ਸੀ ਕਿ ਜੋ ਦਾਦੂ ਸਾਹਿਬ ਦੇ ਸਤਸੰਗ ਦੇ ਵਿੱਚ ਨਹੀਂ ਜਾਵੇਗਾ ਉਸ ਨੂੰ 100 ਰੁਪਇਆ ਜੁਰਮਾਨਾ ਲੱਗੇਗਾ। ਰਾਜਾ ਬੜਾ ਹੈਰਾਨ ਹੋਇਆ ਕਿ ਇਹ ਫਤਵਾ ਤਾਂ ਮੈਂ ਆਪ ਲਿਖਵਾਇਆ ਸੀ, ਇਹ ਬਦਲ ਕਿਵੇਂ ਗਿਆ। ਰਾਜੇ ਨੂੰ ਸਮਝ ਆ ਗਈ ਕਿ ਦਾਦੂ ਸਾਹਿਬ ਕੋਈ ਆਮ ਮਹਾਤਮਾ, ਆਮ ਸਤਿਗੁਰੂ ਨਹੀਂ ਹਨ, ਇਹ ਕੋਈ ਅੱਲਾ ਦੀ ਭੇਜੀ ਹੋਈ ਰੂਹ ਹੈ। ਰਾਜੇ ਨੇ ਕਿਹਾ ਕਿ ਪਹਿਲਾਂ ਤਾਂ ਮੇਰਾ ਜੁਰਮਾਨਾ ਦੇਣਾ ਬਣਦਾ ਹੈ ਜੋ ਮੈਂ ਅੱਜ ਸਤਸੰਗ ਦੇ ਵਿੱਚ ਨਹੀਂ ਗਿਆ। ਉਸ ਤੋਂ ਬਾਅਦ ਰਾਜਾ ਦਾਦੂ ਸਾਹਿਬ ਦੇ ਕੋਲ ਆ ਕੇ ਨਤਮਸਤਕ ਹੋਇਆ। ਸੰਗਤ ਜੀ ਦੇਖੋ, ਗੁਰੂ ਚਾਹੇ ਤੇ ਕੀ ਨਹੀਂ ਕਰ ਸਕਦਾ, ਪਰ ਸਭ ਤੋਂ ਵੱਡੀ ਉਹ 2 ਸਤਸੰਗੀਆਂ ਦੀ ਕੁਰਬਾਨੀ ਹੈ ਜੋ ਆਪਣਾ ਸਭ ਵੇਚ ਕੇ ਆਪਣੇ ਆਪ ਨੂੰ ਗੁਲਾਮ ਰੱਖ ਕੇ ਦਾਦੂ ਸਾਹਿਬ ਦਾ ਸਤਸੰਗ ਸੁਣਨ ਵਾਸਤੇ ਆਏ। ਜਦੋਂ ਇੰਨਾ ਪਿਆਰ ਕਿਸੇ ਦੇ ਅੰਦਰ ਹੋ ਜਾਵੇ, ਇੰਨਾ ਵਿਸ਼ਵਾਸ ਹੋ ਜਾਵੇ, ਫਿਰ ਗੁਰੂ ਵੀ ਆਪਣੇ ਬੱਚਿਆਂ ਦੀ ਲਾਜ ਰੱਖਦਾ ਹੈ, ਬਾਂਹ ਜ਼ਰੂਰ ਫੜਦਾ ਹੈ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਗੁਰੂ ਦੇ ਪਿਆਰੇ ਬਣਨ ਦੀ ਕੋਸ਼ਿਸ਼ ਕਰੀਏ ਤੇ ਰੋਜ਼ ਭਜਨ ਸਿਮਰਨ ਨੂੰ ਟਾਈਮ ਦਈਏ, ਕਿਉਂਕਿ ਗੁਰੂ ਨੇ ਜੋ ਦੇਣਾ ਹੈ ਉਹ ਭਜਨ ਸਿਮਰਨ ਦੇ ਦੁਆਰਾ ਹੀ ਦੇਣਾ ਹੈ। ਕਿਉਂਕਿ ਲੈਣ ਦਾ ਵੀ ਇੱਕ ਜ਼ਰੀਆ ਹੁੰਦਾ ਹੈ ਤੇ ਦੇਣ ਦਾ ਵੀ ਇੱਕ ਜ਼ਰੀਆ ਹੁੰਦਾ ਹੈ, ਤੇ ਉਹ ਜ਼ਰੀਆ ਹੈ ਭਜਨ ਸਿਮਰਨ। ਜੇ ਅਸੀਂ ਇਸ ਨੂੰ ਹੀ ਭੁੱਲ ਗਏ ਤੇ ਫਿਰ ਅਸੀਂ ਸਤਸੰਗੀ ਕਹਿਲਾਂਦੇ ਕੀ ਹੱਕਦਾਰ ਹਾਂ। ਇਹ ਤਾਂ ਫਿਰ ਇਸ ਤਰ੍ਹਾਂ ਹੋਇਆ ਕਿ ਨਾਮ ਲੈ ਕੇ ਰੱਖ ਲਿਆ ਹੈ, ਜਦੋਂ ਦਿਲ ਕੀਤਾ 5-10 ਮਿੰਟ ਸਿਮਰਨ ਕੀਤਾ ਤੇ ਗੱਲ ਖਤਮ। ਨਹੀਂ ਸੰਗਤ ਜੀ, ਅਸੀਂ ਉਹ ਸੂਰਮੇ ਬਣਨਾ ਹੈ, ਉਹ ਬਹਾਦਰ ਬਣਨਾ ਹੈ ਜੋ ਸਾਡੇ ਬਾਬਾ ਜੀ ਸਾਨੂੰ ਬਣਾਉਣਾ ਚਾਹੁੰਦੇ ਨੇ। ਇਸ ਲਈ ਭਜਨ ਸਿਮਰਨ ਨੂੰ ਕਦੇ ਨਹੀਂ ਛੱਡਣਾ ਹੈ। ਭਜਨ ਸਿਮਰਨ ਨੂੰ ਡਿਊਟੀ ਸਮਝ ਕੇ ਕਰਨਾ ਹੈ ਔਰ ਰੋਜ਼-ਰੋਜ਼ ਕਰਨਾ ਹੈ। ਸੋ ਸੰਗਤ ਜੀ, ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਸਾਡੇ ਚੈਨਲ ਦੇ ਉੱਤੇ ਸਾਖੀਆਂ ਔਰ ਸਤਸੰਗ ਅਪਲੋਡ ਹਨ। ਜੇ ਤੁਸੀਂ ਸੁਣਨਾ ਚਾਹੋ ਤਾਂ ਸਾਡੇ ਚੈਨਲ ਦੇ ਉੱਤੇ ਜਾ ਕੇ ਪਲੇਲਿਸਟ ਦੇ ਵਿੱਚ ਬਹੁਤ ਸਾਰੇ ਬੇਸ਼ਕੀਮਤੀ ਸਤਸੰਗ ਪਏ ਨੇ, ਤੁਸੀਂ ਸੁਣ ਸਕਦੇ ਹੋ। ਸੋ ਸੰਗਤ ਜੀ, ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਫਿਰ ਮਿਲਾਂਗੇ ਇੱਕ ਨਵੀਂ ਸਾਖੀ ਜਾਂ ਸਤਸੰਗ ਦੇ ਨਾਲ।